ਹੈਲੋ ਦੋਸਤੋ, ਮੈਂ ਹਾਂ ਜਿਵੀਸ਼ਾ ਤੇ ਤੁਹਾਡਾ ਸਵਾਗਤ ਹੈ ਜਿਵੀਸ਼ਾ ਕਲਾਸਿਸ ਦੇ ਵਿੱਚ। ਅੱਜ ਆਪਾਂ ਚਾਈਲਡ ਕੇਅਰ ਐਂਡ ਡਿਵੈਲਪਮੈਂਟ ਸੀਰੀਜ਼ ਦਾ ਪਾਰਟ 8 ਕਰਨ ਵਾਲੇ ਹਾਂ, ਜਿਸ ਵਿੱਚ ਅਸੀਂ ਵੈਕਸੀਨੇਸ਼ਨ ਜਿਹੜਾ ਉਹ ਅੱਜ ਕਵਰ ਕਰਾਂਗੇ। ਵੈਕਸੀਨੇਸ਼ਨ ਦੇ ਪ੍ਰੋਸੈਸ ਨੂੰ ਆਪਾਂ 3 ਪਾਰਟਸ ਦੇ ਵਿੱਚ ਵੰਡ ਸਕਦੇ ਹਾਂ, ਜਿਵੇਂ ਪ੍ਰੀ ਪ੍ਰੈਗਨੈਂਸੀ, ਡਿਊਰਿੰਗ ਪ੍ਰੈਗਨੈਂਸੀ ਐਂਡ ਦਾ ਆਫਟਰ ਪ੍ਰੈਗਨੈਂਸੀ। ਪ੍ਰੀ ਪ੍ਰੈਗਨੈਂਸੀ ਦੇ ਵਿੱਚ ਅਸੀਂ ਉਹ ਦੇਖਾਂਗੇ ਕਿ ਕਿਹੜੇ ਵੈਕਸੀਨੇਸ਼ਨਸ ਨੇ ਜਿਨ੍ਹਾਂ ਨੂੰ ਉਹ ਪ੍ਰੈਗਨੈਂਸੀ ਮਤਲਬ ਜੇ ਪਲਾਨ ਕਰ ਰਹੇ ਨੇ ਤਾਂ ਉਦੋਂ ਉਹਨਾਂ ਨੂੰ ਲੈ ਸਕਦੇ ਨੇ। ਡਿਊਰਿੰਗ ਪ੍ਰੈਗਨੈਂਸੀ ਮਤਲਬ ਕਿਹੜੇ ਟੀਕੇ ਨੇ ਜਿਹੜੇ ਪ੍ਰੈਗਨੈਂਸੀ ਦੇ ਵਿੱਚ ਲਗਾਏ ਜਾ ਸਕਦੇ ਨੇ ਤੇ ਕਿਹੜੇ ਨਹੀਂ। ਆਫਟਰ ਪ੍ਰੈਗਨੈਂਸੀ ਦੇ ਵਿੱਚ ਆਪਾਂ ਦੇਖਾਂਗੇ ਕਿ ਕਿਹੜੇ ਜਿਹੜੇ ਰਹਿ ਗਏ ਨੇ ਜਾਂ ਉਹ ਕਿਹੜੇ ਜਿਹੜੇ ਡਿਊਰਿੰਗ ਪ੍ਰੈਗਨੈਂਸੀ ਨਹੀਂ ਲੱਗ ਸਕਦੇ ਸੀ ਉਹ ਆਫਟਰ ਪ੍ਰੈਗਨੈਂਸੀ ਜਿਹੜੇ ਉਹ ਲੱਗਦੇ ਹੈਗੇ। ਠੀਕ ਹੈ, ਇਹ ਸਾਰੇ ਅੱਜ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੇ ਜਿਹੜੇ ਵੈਕਸੀਨੇਸ਼ਨਸ ਨੇ ਉਹ ਕਦੋਂ ਲਾਏ ਜਾ ਸਕਦੇ। ਪ੍ਰੈਗਨੈਂਟ ਲੇਡੀਜ਼ ਕਿਹੜੇ ਲਾ ਸਕਦੀਆਂ ਨੇ ਤੇ ਲੈਕਟੇਟਿੰਗ ਵੂਮਨ ਜਿਹੜੀਆਂ ਨੇ ਉਹ ਕਿਹੜੇ ਲਗਵਾ ਸਕਦੀਆਂ ਨੇ। ਠੀਕ ਹੈ, ਇਹ ਸਾਰੇ ਅੱਜ ਆਪਾਂ ਜਿਹੜੇ ਵੈਕਸੀਨੇਸ਼ਨ ਦਾ ਪ੍ਰੋਸੈਸ ਹੈ ਉਹ ਅੱਜ ਕਵਰ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਪ੍ਰੀ ਪ੍ਰੈਗਨੈਂਸੀ। ਠੀਕ ਹੈ, ਕਿ ਪ੍ਰੀ ਪ੍ਰੈਗਨੈਂਸੀ ਦੇ ਵਿੱਚ ਕਿਹੜੇ ਜਿਹੜੇ ਹੈ ਉਹ ਟੀਕੇ ਲਾਏ ਜਾ ਸਕਦੇ ਨੇ। ਸਭ ਤੋਂ ਪਹਿਲਾਂ ਤਾਂ ਇਹ ਪਤਾ ਹੋਵੇ ਆਪਾਂ ਨੂੰ ਕਿ ਵੈਕਸੀਨੇਸ਼ਨ ਹੈ ਕੀ। ਠੀਕ ਹੈ, ਵੈਕਸੀਨੇਸ਼ਨ ਕੀ ਹੈ, ਦੋ ਤਰੀਕੇ ਨਾਲ ਹੋ ਸਕਦਾ ਹੈ। ਇੱਕ ਤਾਂ ਇੰਜੈਕਟ ਕਰਕੇ ਯਾਨੀ ਥਰੂ ਇੰਜੈਕਸ਼ਨ, ਐਂਡ ਦੂਸਰਾ ਹੈ ਔਰਲੀ, ਜਿਵੇਂ ਕਿ ਪੋਲੀਓ ਹੁੰਦਾ ਹੈ ਉਹ ਡ੍ਰੌਪਸ ਦੇ ਥਰੂ ਦਿੱਤਾ ਜਾਂਦਾ ਹੈ। ਠੀਕ ਹੈ, ਤੇ ਆਪਾਂ ਇੱਥੇ ਦੇਖਣਾ ਹੈ ਪ੍ਰੀ ਪ੍ਰੈਗਨੈਂਸੀ। ਇਹਦੇ ਵਿੱਚ ਜਿਹੜੇ ਕਿਹੜੇ ਆ ਸਕਦੇ ਨੇ ਉਹ ਦੇਖ ਲੈਂਦੇ ਹਾਂ, ਜਿਵੇਂ ਇਨਫਲੂਐਂਜ਼ਾ ਦਾ। ਠੀਕ ਹੈ, ਜਿਵੇਂ ਕੋਈ ਵੀ ਫਲੂ ਵਗੈਰਾ, ਸਵਾਈਨ ਫਲੂ ਵਗੈਰਾ ਹੈਗੇ, ਜੇ ਬੱਚਾ ਕੋਈ ਪਲਾਨ ਕਰ ਰਹੇ ਹੈਗੇ ਨੇ। ਠੀਕ ਹੈ, ਤੇ ਪਹਿਲਾਂ ਹੀ ਹੈ ਨਾ ਇਹ ਪਲਾਨ ਕਰਿਆ ਜਾਂਦਾ ਹੈ ਕਿ ਕੋਈ ਉਹਨਾਂ ਨੂੰ ਸੀਰੀਅਸ ਡਿਸੀਜ਼ ਹੋਵੇ ਉਸ ਤੋਂ ਪਹਿਲਾਂ ਹੀ ਆਪਾਂ ਉਸ ਦਾ ਸੁਧਾਰ ਕਰ ਲਿਆ ਜਾਵੇ। ਠੀਕ ਹੈ, ਜਿਵੇਂ ਕਿ HPV, ਠੀਕ ਹੈ, ਹਿਊਮਨ ਪੈਪੀਲੀਅਮ ਵਾਇਰਸ, ਠੀਕ ਹੈ, ਰੂਬੇਲਾ, MMR ਜਿਵੇਂ ਮਿਸਲਸ, ਮੈਮਸ ਐਂਡ ਰੂਬੇਲਾ, ਠੀਕ ਹੈ, ਚਿਕਨ ਪੌਕਸ, ਹੈਪੇਟਾਈਟਸ A and B ਦੋਨੋਂ। ਠੀਕ ਹੈ, ਤਾਂ ਇਹ ਸਾਰੇ ਜਿਹੜੇ ਨੇ ਉਹ ਵੈਕਸੀਨੇਸ਼ਨਸ ਹੈ ਜਿਨ੍ਹਾਂ ਨੂੰ ਆਪਾਂ ਪ੍ਰੀ ਪ੍ਰੈਗਨੈਂਸੀ ਹੈ ਨਾ, ਮਤਲਬ ਜਿਵੇਂ ਫਾਊਂਡੇਸ਼ਨ ਹੈ, ਫਾਊਂਡੇਸ਼ਨ ਸਟਰੋਂਗ ਹੈ ਨਾ, ਤਾਂ ਉਹ ਚੀਜ਼ ਜਿਹੜੀ ਉਹ ਕਰੀ ਜਾ ਸਕਦੀ ਹੈ ਇਹਦੇ 'ਚ। ਠੀਕ ਹੈ, ਇਹ ਸਾਰੇ ਜਿਹੜੇ ਨੇ ਉਸ ਤੋਂ ਪਹਿਲਾਂ ਲਗਵਾ ਸਕਦੇ ਹਾਂ। ਡਾਕਟਰਸ ਇਹੀ ਰეკਮੈਂਡ ਕਰਦੇ ਨੇ ਉਹਦੇ 'ਚ ਕਿ ਜਦੋਂ ਵੀ ਲੱਗੇ ਕਿ ਹਾਂ ਤੁਸੀਂ ਯੂ ਆਰ ਰੈਡੀ ਟੂ ਗੋ ਫॉर ਪ੍ਰੈਗਨੈਂਸੀ, ਤਾਂ ਤੁਸੀਂ ਇਹ ਸਾਰੇ ਜਿਹੜੇ ਹੈ ਜਿੰਨੇ ਵੀ ਇਹ ਵੈਕਸੀਨੇਸ਼ਨਸ ਹੈ ਉਹ ਪਹਿਲਾਂ ਹੀ ਕਰਵਾ ਸਕਦੇ ਹੋ, ਉਹਦੇ 'ਚ ਕੋਈ ਹਰਜ਼ ਨਹੀਂ ਹੈ। ਠੀਕ ਹੈ, ਕਿਉਂਕਿ ਹੋ ਸਕਦਾ ਹੈ ਉਹ ਇਹਨਾਂ 'ਚ ਕੁਛ ਜਿਹੜੇ ਵੈਕਸੀਨੇਸ਼ਨਸ ਨੇ ਉਹ ਡਿਊਰਿੰਗ ਪ੍ਰੈਗਨੈਂਸੀ ਨਹੀਂ ਕਰਵਾ ਸਕਦੇ, ਤਾਂ ਉਹ ਇਹੀ ਐਡਵਾਈਸ ਦਿੰਦੇ ਨੇ ਕਿ ਇਹ ਤੁਸੀਂ ਪਹਿਲਾਂ ਕਰਵਾ ਸਕਦੇ ਹੋ। ਠੀਕ ਹੈ, ਮਤਲਬ ਪ੍ਰੀ ਪ੍ਰੈਗਨੈਂਸੀ ਯਾਨੀ ਤੁਸੀਂ ਅਜੇ ਯੂ ਆਰ ਥਿੰਕਿੰਗ ਅਬਾਊਟ ਟੂ ਡੂ ਦਿਸ, ਤਾਂ ਤੁਸੀਂ ਇਹ ਪਹਿਲਾਂ ਹੀ ਇੰਜੈਕਟ ਕਰਵਾ ਸਕਦੇ ਹੋ। ਜਿਵੇਂ ਇਨਫਲੂਐਂਜ਼ਾ ਯਾਨੀ ਕਿ ਜਿਵੇਂ ਸਵਾਈਨ ਫਲੂ ਹੈ ਨਾ, ਕੋਈ ਫਲੂਜ਼ ਦੂਸਰੇ ਨੇ, ਤਾਂ ਉਹਨਾਂ ਤੋਂ ਪਹਿਲਾਂ ਹੀ ਠੀਕ ਹੈ ਆਪਣੇ ਬੱਚੇ ਨੂੰ ਜਿਹੜਾ ਆਪਾਂ ਕਵਰ ਕਰ ਸਕਦੇ ਹਾਂ, ਕਿ ਜਿਵੇਂ ਕਹਿੰਦੇ ਨਾ ਸੁਰੱਖਿਆ ਕਵਰ, ਉਸ ਤਰੀਕੇ ਨਾਲ ਹੈ। ਜਿਵੇਂ ਕਿ ਰੂਬੇਲਾ ਦੇ ਵਿੱਚ ਕੀ ਹੁੰਦਾ ਹੈ ਕਿ ਜਿਵੇਂ ਨਾ ਅਗਰ ਇਹ ਵੈਕਸੀਨੇਸ਼ਨ ਪਹਿਲਾਂ ਲਗਵਾ ਲਿਆ ਜਾਏ ਤਾਂ ਬੱਚਾ ਜਿਹੜਾ ਨੋਰਮਲੀ ਹੁੰਦਾ, ਨਹੀਂ ਤਾਂ ਅਦਰਵਾਈਜ਼ ਹੋ ਸਕਦੇ ਹੈ, ਚਾਂਸਿਸ ਬਹੁਤ ਜ਼ਿਆਦਾ ਹੋ ਸਕਦੇ ਨੇ ਕਿ ਜਿਹੜਾ ਰੂਬੇਲਾ ਦਾ ਜਿਹੜਾ ਵਾਇਰਸ ਹੈ ਉਹ ਅਗਰ ਇੱਕ ਵਾਰ ਹੋ ਜੇ ਹੈ ਨਾ, ਤਾਂ ਉਹਦੇ ਨਾਲ ਅਬਨੋਰਮਲ ਜਿਹੜੀ ਹੈ ਬੱਚੇ ਪੈਦਾ ਹੋ ਸਕਦੇ ਨੇ। ਠੀਕ ਹੈ, ਅਬਨੋਰਮੈਲਿਟੀ ਜਿਹੜੀ ਹੈ ਉਹ ਹੋ ਸਕਦੀ ਹੈ। ਐਵੇਂ ਹੀ ਵੈਰੀਸੇਲਾ ਹੈ ਨਾ, ਜਿਹਨੂੰ ਚਿਕਨ ਪੌਕਸ ਵਾਇਰਸ ਬੋਲਦੇ ਹਾਂ। ਠੀਕ ਹੈ, ਉਹਦਾ ਆਪਾਂ ਵੈਕਸੀਨੇਸ਼ਨ ਜਿਹੜਾ ਕਰਵਾ ਸਕਦੇ ਹਾਂ, ਪਹਿਲਾਂ ਕਰਵਾ ਸਕਦੇ ਹਾਂ। ਠੀਕ ਹੈ, ਉਹਦਾ ਕੋਈ ਹਾਰਮਫੁਲ ਆਪਾਂ ਇਫੈਕਟ ਨਹੀਂ ਹੋਣ ਵਾਲਾ। ਤਾਂ ਇਹ ਸਾਰੇ ਤੁਸੀਂ ਦੇਖ ਲਿਓ ਕਿ ਫਲੂ ਦਾ, ਠੀਕ ਹੈ, HPV, ਰੂਬੇਲਾ, MMR, ਚਿਕਨ ਪੌਕਸ, ਜਿਹਨੂੰ ਵੈਰੀਸੇਲਾ, ਓਕੇ, ਹੈਪੇਟਾਈਟਸ A and B, ਇਹ ਮਤਲਬ ਜਿੰਨੇ ਵੀ ਇਹ ਪ੍ਰੀ ਪ੍ਰੈਗਨੈਂਸੀ ਜਿਹੜੇ ਵੈਕਸੀਨੇਸ਼ਨ ਬੈਠਦੇ ਨੇ, ਇਹ ਸਾਰੇ ਦੇ ਸਾਰੇ ਜਿਹੜੇ ਹੈ ਉਹ ਪ੍ਰੀ ਪ੍ਰੈਗਨੈਂਸੀ ਲਗਵਾ ਸਕਦੇ ਹਾਂ। ਠੀਕ ਹੈ, ਤਾਂ ਕਿ ਆਪਾਂ ਪਹਿਲਾਂ ਹੀ ਬੱਚੇ ਨੂੰ ਕਿਸੇ ਬਿਮਾਰੀ ਤੋਂ ਪਹਿਲਾਂ ਹੀ ਬਚਾ ਸਕਦੇ ਹਾਂ। ਤੁਸੀਂ ਇਹ ਸਾਰੇ ਜੋ ਹੈ ਆਪਣੇ ਨੋਟਸ ਦੇ ਵਿੱਚ ਰਾਈਟ ਡਾਊਨ ਵੀ ਕਰ ਸਕਦੇ ਹੋ ਜਾਂ ਫਿਰ ਇਹਦਾ ਸਕਰੀਨਸ਼ਾਟ ਵੀ ਲੈ ਸਕਦੇ ਹੋ। ਠੀਕ ਹੈ, ਜਿਵੇਂ ਤੁਹਾਨੂੰ ਲੱਗਦਾ ਉਸ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ। ਐਗਜ਼ਾਮ ਪਰਸਪੈਕਟਿਵ ਨਾਲ ਇਹੀ ਇੰਪੋਰਟੈਂਟ ਹੈ ਕਿ ਕਿਹੜੇ ਜਿਹੜੇ ਹੈ ਕੁਐਸਚਨ ਇਹੀ ਆ ਸਕਦਾ ਆਪਾਂ ਨੂੰ ਕਿ
ਕਿਹੜੇ ਨੇ ਜਿਹੜੇ ਪ੍ਰੀ ਪ੍ਰੈਗਨੈਂਸੀ ਲਗਵਾ ਸਕਦੇ ਹਾਂ ਜਾਂ ਡਿਊਰਿੰਗ ਪ੍ਰੈਗਨੈਂਸੀ ਕਿਹੜੇ ਨਹੀਂ ਲਗਾ ਸਕਦੇ ਜਾਂ ਕਿਹੜੇ ਲੱਗਦੇ ਨੇ, ਹੈ ਨਾ। ਤਾਂ ਇਹੋ ਜਿਹੇ ਕੁਐਸਚਨਸ ਜਿਹੜੇ ਨੇ ਉਹੀ ਆਉਣ ਦੇ ਚਾਂਸਸ ਨੇ ਇਹਦੇ 'ਚ, ਠੀਕ ਹੈ, ਐਗਜ਼ਾਮ ਪਰਸਪੈਕਟਿਵ ਦੇ ਅਕੋਰਡਿੰਗ ਜੇ ਦੇਖਿਆ ਜਾਵੇ। ਇਹ ਸਾਰੇ ਜਿੰਨੇ ਵੀ ਬੈਠਦੇ ਨੇ ਇਹ ਆਪਣੇ ਬੈਠ ਜਾਂਦੇ ਨੇ। ਵੈਕਸੀਨੇਸ਼ਨ ਜਿਹੜੇ ਪ੍ਰੀ ਪ੍ਰੈਗਨੈਂਸੀ ਨੇ, ਇਸ ਤੋਂ ਇਲਾਵਾ ਮੈਂ ਜਿਹੜਾ ਕੋਵਿਡ-19 ਦਾ ਉਹਦਾ ਵੀ ਵੱਡਾ ਇਸ਼ੂ ਹੈਗਾ ਕਿ ਉਹ ਕਦੋਂ ਕਿਵੇਂ ਲਗਾਇਆ ਜਾ ਸਕਦਾ, ਉਹ ਵੀ ਆਪਾਂ ਲਾਸਟ ਦੇ ਵਿੱਚ ਕਵਰ ਕਰਾਂਗੇ। ਲੇਕਿਨ ਹੁਣ ਆਪਾਂ ਕਵਰ ਕਰਦੇ ਹਾਂ ਡਿਊਰਿੰਗ ਪ੍ਰੈਗਨੈਂਸੀ, ਠੀਕ ਹੈ। ਹੁਣ ਆਪਾਂ ਪਹਿਲਾਂ ਪੜ੍ਹਿਆ ਸੀ ਕਿ ਪ੍ਰੀ ਪ੍ਰੈਗਨੈਂਸੀ ਕਿਹੜੇ ਜਿਹੜੇ ਹੈ ਉਹ ਵੈਕਸੀਨੇਸ਼ਨ ਲਗਵਾਏ ਜਾ ਸਕਦੇ ਹਨ। ਲੇਕਿਨ ਹੁਣ ਵੱਡਾ ਕੁਐਸਚਨ ਹੈ ਕਿ ਡਿਊਰਿੰਗ ਪ੍ਰੈਗਨੈਂਸੀ ਕਿਹੜੇ ਲਗਵਾਏ ਜਾ ਸਕਦੇ ਨੇ ਅਤੇ ਕਿਹੜੇ ਨਹੀਂ ਲਗਵਾਏ ਜਾ ਸਕਦੇ, ਠੀਕ ਹੈ। ਤਾਂ ਦੇਖੋ, ਟੈਟਨਸ ਦਾ ਜਿਹੜਾ ਟੀਕਾ ਹੈ ਜਾਂ ਟੈਟਨਸ ਦਾ ਜਿਹੜਾ ਵੈਕਸੀਨੇਸ਼ਨ ਹੈ ਉਹ ਡਿਊਰਿੰਗ ਪ੍ਰੈਗਨੈਂਸੀ ਲਗਵਾਇਆ ਜਾ ਸਕਦਾ ਹੈ, ਠੀਕ ਹੈ। 2 ਡੋਜ਼ਿਸ ਹੁੰਦੀਆਂ ਨੇ ਇਹਦੀਆਂ, ਠੀਕ ਹੈ, ਜਿਹਦੇ ਵਿੱਚ ਮਤਲਬ ਉਹ ਡਾਕਟਰ ਰეკਮੈਂਡ ਕਰਦੇ ਨੇ ਕਿ ਟੈਟਨਸ ਦੇ ਨਾਲ ਉਹ ਟੈਪ ਯਾਨੀ ਕਿ, ਠੀਕ ਹੈ, ਟੈਪ ਜਿਹੜਾ ਹੈ ਉਹ ਵੀ ਯੂਜ਼ ਕਰਦੇ ਨੇ, ਜਿਵੇਂ ਟੈਟਨਸ, ਡਿਫਥੇਰੀਆ ਐਂਡ ਪਾਰਟਿਸਿਸ, ਠੀਕ ਹੈ। ਇਹ ਸਾਰੇ ਇਹ ਜਿਵੇਂ ਟੈਪ ਉਸਨੂੰ ਬੋਲਿਆ ਜਾਂਦਾ ਹੈ ਕਿ ਜਿਵੇਂ 2 ਡੋਸਿਸ ਹੁੰਦੀਆਂ ਨੇ ਟੈਟਨਸ ਦੀ, ਜਿਹਦੇ 'ਚ ਉਹ ਰეკਮੈਂਡ ਕਰਦੇ ਨੇ ਕਿ ਜਿਹੜਾ ਟੈਟਨਸ ਦੇ ਨਾਲ ਹੈ ਉਹ ਟੈਪ ਵੀ ਜਿਹੜਾ ਉਹ ਲਗਾਇਆ ਜਾਵੇ, ਠੀਕ ਹੈ, ਜਿਹਦੇ ਨਾਲ ਵੂਪਿੰਗ ਦੀ ਜਿਹੜੀ ਬਿਮਾਰੀ ਹੈ ਨਾ ਉਸ ਤੋਂ ਜਿਹੜਾ ਹੈ ਉਹ ਬੱਚਾ ਜਿਹੜਾ ਹੈ ਕੰਟਰੋਲ ਕਰਿਆ ਜਾ ਸਕੇ। ਟੈਟਨਸ ਦਾ ਹੈ ਜਾਂ ਟੈਪ ਜਿਸ ਨੂੰ ਕਹਿ ਸਕਦੇ ਹਾਂ, ਉਹ ਲਾਸਟ 3 ਮੰਥ ਜਿਹੜੇ ਪ੍ਰੈਗਨੈਂਸੀ ਦੇ ਆ ਉਹਦੇ ਵਿੱਚ ਵੀ ਉਹ ਲਗਾਇਆ ਜਾ ਸਕਦਾ ਹੈ, ਠੀਕ ਹੈ। ਅਤੇ 2 ਤੋਂ 6 ਵੀਕ ਤੱਕ ਟੈਪ ਜਿਹੜਾ ਹੈ ਦੋਨਾਂ ਦੇ ਮਤਲਬ 2 ਡੋਸਿਸ ਹੋਣਗੀਆਂ, ਜਿਹਦੇ 2 ਤੋਂ 6 ਵੀਕ ਦੇ ਅੰਦਰ ਵੀ ਲਗਾਇਆ ਜਾ ਸਕਦਾ ਹੈ, ਠੀਕ ਹੈ। ਇਸ ਤੋਂ ਇਲਾਵਾ ਜਿਹੜਾ ਫਲੂ ਦਾ ਹੈ ਵੈਕਸੀਨੇਸ਼ਨ ਉਹ ਵੀ ਲਗਾਇਆ ਜਾ ਸਕਦਾ ਹੈ, ਠੀਕ ਹੈ। ਫਲੂ ਜਦ ਪਹਿਲਾਂ ਵੀ ਲਗਵਾਇਆ ਜਾ ਸਕਦਾ ਹੈ 7 ਮੰਥ ਤੱਕ ਜਿਹੜਾ ਹੈ ਉਹ ਦੂਸਰਾ ਵੀ ਲਗਾਇਆ, ਯਾਨੀ ਆਫਟਰ ਪ੍ਰੈਗਨੈਂਸੀ 7 ਮੰਥ ਤੱਕ ਜਿਹੜਾ ਹੈ ਉਹ ਦੂਸਰਾ ਵੀ ਲਗਾਇਆ ਜਾ ਸਕਦਾ ਹੈ, ਠੀਕ ਹੈ। ਇਹ ਤਾਂ ਉਹ ਗੱਲ ਹੋਈ ਕਿ ਡਿਊਰਿੰਗ ਪ੍ਰੈਗਨੈਂਸੀ ਆਪਾਂ ਕਿਹੜੇ ਜਿਹੜੇ ਹੈ ਵੈਕਸੀਨੇਸ਼ਨ ਲਗਵਾ ਸਕਦੇ, ਲੇਕਿਨ ਹੁਣ ਆਪਾਂ ਕਵਰ ਕਰਦੇ ਹਾਂ ਕਿ ਕਿਹੜੇ ਨਹੀਂ ਲਗਵਾ ਸਕਦੇ, ਠੀਕ ਹੈ। ਪ੍ਰੈਗਨੈਂਟ ਲੇਡੀ ਸ਼ੁੱਡ ਨਾਟ ਗੈਟ ਵੈਕਸੀਨੇਸ਼ਨ, ਕਿਹੜੇ ਨੇ ਉਹ, ਹੈ ਨਾ, ਕਿ ਕਿਹੜੇ ਵੈਕਸੀਨੇਸ਼ਨਸ ਨੇ ਜਿਨ੍ਹਾਂ ਨੂੰ ਉਹ ਪ੍ਰੈਗਨੈਂਸੀ ਦੇ ਵਿੱਚ ਨਹੀਂ ਲਗਵਾ ਸਕਦੀ ਹੈ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਜਿਹੜਾ ਹੈ ਉਹ ਹੈ HPV, ਠੀਕ ਹੈ, MMR, ਲਾਈਨ ਇਨਫਲੂਐਂਜ਼ਾ, ਜਿਹੜੀ ਨੈਜ਼ਲ ਫਲੂ ਜਿਹੜੇ ਵਗੈਰਾ ਹੁੰਦੇ ਨੇ ਉਹ ਜਿਹੜਾ ਹੈ ਉਹ ਲੇਡੀ ਨਹੀਂ ਲਗਵਾ ਸਕਦੀ। ਵੈਰੀਸੇਲਾ ਜਿਹਨੂੰ ਮੈਂ ਚਿਕਨ ਪੌਕਸ ਬੋਲਿਆ ਸੀਗਾ, ਠੀਕ ਹੈ ਨਾ, ਚਿਕਨ ਪੌਕਸ, ਉਹ ਵੈਕਸੀਨੇਸ਼ਨ ਜਿਹੜਾ ਉਹ ਨਹੀਂ ਲਗਵਾ ਸਕਦੇ। ਬਾਕੀ ਜਿਹੜੇ 3 ਹੁੰਦੇ ਨੇ ਯੈਲੋ ਫੀਵਰ, ਟਾਈਫਾਇਡ ਅਤੇ ਜੈਪਨੀਜ਼ ਇਨਸੈਫੇਲਿਟਿਸ, ਠੀਕ ਹੈ, ਜਿਵੇਂ HVP ਨਹੀਂ ਲਗਵਾ ਸਕਦੇ ਹੈ, MMR ਹੈ ਉਹ ਨਹੀਂ ਲਗਵਾ ਸਕਦੇ। ਚਿਕਨ ਪੌਕਸ ਦਾ ਜਿਹੜਾ ਵੈਕਸੀਨੇਸ਼ਨ ਹੈ ਉਹ ਪ੍ਰੈਗਨੈਂਸੀ ਦੇ ਵਿੱਚ ਨਹੀਂ ਲਗਵਾਇਆ ਜਾ ਸਕਦਾ, ਠੀਕ ਹੈ। ਯੈਲੋ ਫੀਵਰ ਹੈ, ਟਾਈਫਾਇਡ ਫੀਵਰ ਹੈ ਅਤੇ ਜੈਪਨੀਜ਼ ਇਨਸੈਫੇਲਿਟਿਸ ਹੈ, ਇਹ ਸਾਰੇ ਜਿਹੜੇ ਨਹੀਂ ਲਗਵਾ ਸਕਦੇ। ਹੁਣ ਜਿਹੜਾ ਆ ਜਾਂਦਾ ਹੈ ਆਫਟਰ ਪ੍ਰੈਗਨੈਂਸੀ, ਹੁਣ ਜਿਹੜੇ ਰਹਿ ਗਏ ਨੇ, ਹੈ ਨਾ, ਹੁਣ ਡਿਊਰਿੰਗ ਪੂਰੇ 9-10 ਮਹੀਨੇ ਦਾ ਪ੍ਰੋਸੈਸ ਹੁੰਦਾ ਅਤੇ ਇਹਦੇ ਵਿੱਚ ਜਿਹੜੇ ਵੈਕਸੀਨੇਸ਼ਨ ਰਹਿ ਗਏ ਨੇ, ਹੈ ਨਾ, ਹੁਣ ਉਹਨੂੰ ਦੇਖ ਲੈਂਦੇ ਹਾਂ ਕਿ ਉਹ ਆਫਟਰ ਪ੍ਰੈਗਨੈਂਸੀ ਜਿਹੜਾ ਉਹ ਲਗਵਾ ਸਕਦੇ ਨੇ, ਠੀਕ ਹੈ। ਰੂਬੇਲਾ ਦਾ ਜਿਹੜਾ ਹੈਗਾ ਇਹ ਪਹਿਲਾਂ ਲਗਵਾ ਸਕਦੇ ਹੈ ਅਤੇ ਬਾਅਦ 'ਚ ਲਗਵਾ ਸਕਦੇ, ਲੇਕਿਨ ਡਿਊਰਿੰਗ ਪ੍ਰੈਗਨੈਂਸੀ ਨਹੀਂ ਲਗਵਾ ਸਕਦੇ। ਐਵੇਂ ਚਿਕਨ ਪੌਕਸ ਹੈ, ਚਿਕਨ ਪੌਕਸ ਵੀ ਜਿਹੜਾ ਹੈ ਉਹ ਪਹਿਲਾਂ ਵੀ ਲਗਵਾਇਆ ਜਾ ਸਕਦਾ ਹੈ, ਬਾਅਦ 'ਚ ਵੀ ਲਗਵਾਇਆ ਜਾ ਸਕਦਾ, ਲੇਕਿਨ ਡਿਊਰਿੰਗ ਪ੍ਰੈਗਨੈਂਸੀ ਨਹੀਂ ਲਗਵਾਇਆ ਜਾ ਸਕਦਾ, ਠੀਕ ਹੈ। HPV, ਸੌਰੀ ਇੱਥੇ ਗਲਤ ਲਿਖਿਆ ਗਿਆ, HPA, ਠੀਕ ਹੈ, HPV ਹੈ, ਠੀਕ ਹੈ। ਤਾਂ ਉਹ ਜਿਹੜਾ ਹੈ HPV ਵਾਇਰਸ, ਠੀਕ ਹੈ, ਉਹ ਜਿਹੜਾ ਹੈ ਉਹ ਨਹੀਂ ਲਗਵਾਇਆ ਜਾ ਸਕਦਾ ਡਿਊਰਿੰਗ ਪ੍ਰੈਗਨੈਂਸੀ। ਆਫਟਰ ਪ੍ਰੈਗਨੈਂਸੀ ਜਿਹੜਾ ਉਸਨੂੰ ਲਗਾਇਆ ਜਾ ਸਕਦਾ ਹੈ। ਅਤੇ ਸਿੰਪਲ ਫਲੂ ਦਾ, ਹੈ ਨਾ, ਅਗਰ ਕੋਈ ਡਿਊਰਿੰਗ ਪ੍ਰੈਗਨੈਂਸੀ ਤੁਸੀਂ ਉਹ ਫਲੂ ਵਾਲਾ ਕੋਈ ਵੀ ਜਿਹੜਾ ਵੈਕਸੀਨੇਸ਼ਨ ਸੀ ਜਾਂ ਟੀਕਾ ਸੀ ਉਹ ਕੋਈ ਨਹੀਂ ਲਗਵਾਇਆ ਤਾਂ ਹੁਣ ਜਿਹੜਾ ਉਹ ਤੁਸੀਂ ਲਗਵਾ ਸਕਦੇ ਹੋ, ਠੀਕ ਹੈ। ਅਤੇ ਹੁਣ ਆਪਾਂ ਦੇਖ ਲੈਂਦੇ ਹਾਂ ਕੋਵਿਡ-19 ਬਾਰੇ, ਜਿਹੜਾ ਹੈ ਨਾ ਕੁਐਸਚਨ ਉੱਠਦਾ ਆਪਣੇ ਦਿਮਾਗ ਦੇ ਵਿੱਚ, ਠੀਕ ਹੈ। ਕੋਵਿਡ-19 ਜਿਹੜਾ ਵੈਕਸੀਨੇਸ਼ਨ ਹੈ, ਠੀਕ ਹੈ, ਉਹ ਦੋਨੋਂ ਹੀ ਕੰਡੀਸ਼ਨਸ ਦੇ ਵਿੱਚ ਲਗਾਇਆ ਜਾ ਸਕਦਾ ਹੈ, ਠੀਕ ਹੈ। ਪ੍ਰੀ ਪ੍ਰੈਗਨੈਂਸੀ ਯਾਨੀ ਪ੍ਰੈਗਨੈਂਸੀ ਤੋਂ ਪਹਿਲਾਂ, ਡਿਊਰਿੰਗ ਪ੍ਰੈਗਨੈਂਸੀ ਐਂਡ ਆਫਟਰ ਪ੍ਰੈਗਨੈਂਸੀ, ਠੀਕ ਹੈ। ਹੁਣ ਕਿਹੜੀ ਵੂਮੈਨਸ ਜਿਹੜੀਆਂ ਉਹ ਲਗਵਾ ਸਕਦੀਆਂ ਨੇ, ਯੈਸ, ਤਾਂ ਪ੍ਰੈਗਨੈਂਟ ਜਿਹੜੀ ਲੇਡੀ ਹੈ ਉਹ ਵੀ
कोविड-19 वैक्सीनेशन ਜਿਹੜਾ ਲਗਵਾ ਸਕਦੀ ਹੈ ਤੇ ਲੈਕਟੇਟਿੰਗ ਵੂਮਨ ਵੀ, ਠੀਕ ਹੈ। ਯਾਨੀ ਕਿ ਕੋਵਿਸ਼ੀਲਡ ਤੇ ਕੋਵੈਕਸੀਨ ਜੇ ਦੋਨੋਂ ਹੀ ਕੋਵਿਡ-19 ਦੀਆਂ ਜਿਹੜੀਆਂ ਵੈਕਸੀਨੇਸ਼ਨਸ ਨੇ ਉਹ ਦੋਨੋਂ ਹੀ ਜਿਹੜੀਆਂ ਵੂਮਨ ਨੇ ਉਹ ਲਗਵਾ ਸਕਦੀਆਂ ਨੇ, ਠੀਕ ਹੈ। ਪ੍ਰੈਗਨੈਂਟ ਲੇਡੀ ਵੀ ਤੇ ਲੈਕਟੇਟਿੰਗ ਵੂਮਨ ਵੀ। ਇੱਥੋਂ ਹੋ ਸਕਦਾ ਹੈ ਕਿ ਜਿਹੜੇ ਕੁਐਸਚਨਸ ਬਣਨ ਦੇ ਚਾਂਸਸ ਬਣ ਸਕਦੇ ਨੇ, ਹੈ ਨਾ। ਤੇ ਇਹ ਜਿਹੜਾ ਟੌਪਿਕ ਸੀ ਅੱਜ ਆਪਣਾ, ਠੀਕ ਹੈ, ਵੈਕਸੀਨੇਸ਼ਨ 'ਤੇ। ਇਹਦੇ ਵਿੱਚ ਅੱਜ ਆਪਾਂ ਕਵਰ ਕਰਿਆ ਕਿ ਪ੍ਰੀ ਪ੍ਰੈਗਨੈਂਸੀ ਕਿਹੜੇ ਜਿਹੜੇ ਹੈ ਵੈਕਸੀਨੇਸ਼ਨ ਲਗਵਾ ਸਕਦੇ ਆ, ਡੂਰਿੰਗ ਕਿਹੜੇ ਲਗਵਾ ਸਕਦੇ ਨੇ, ਕਿਹੜੇ ਨਹੀਂ ਲਗਵਾ ਸਕਦੇ, ਤੇ ਆਫਟਰ ਕਿਹੜੇ ਲਗਵਾ ਸਕਦੇ ਨੇ, ਠੀਕ ਹੈ। ਤੇ ਇਹਦੇ ਨਾਲ ਹੀ ਗਾਇਜ਼, ਜੇ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਸਕਦੇ ਹੋ, ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਜੇ ਫਰੈਂਡਸ ਨਾਲ ਸ਼ੇਅਰ ਕਰਦੇ ਹੋ ਤਾਂ ਬਹੁਤ ਵਧੀਆ, ਠੀਕ ਹੈ। ਫਰੈਂਡਸ ਨਾਲ ਸ਼ੇਅਰ ਕਰਨਾ ਨਾ ਭੁੱਲਿਓ। ਨੈਕਸਟ ਜਿਹੜਾ ਟੌਪਿਕ ਕਰਾਂਗੇ ਉਹ ਆਪਾਂ ਕਾਮਨ ਐਲੀਮੈਂਟਸ 'ਤੇ ਕਰਾਂਗੇ, ਅਤੇ ਫਿਰ ਇੱਕ ਟੌਪਿਕ ਰਹਿ ਜਾਏਗਾ ਆਪਣਾ ਰੋਲ ਆਫ ਆਂਗਨਵਾੜੀ ਵਰਕਰਸ ਦਾ ਲੈ ਕੇ ਐਂਡ ਸੁਪਰਵਾਈਜ਼ਰ ਦਾ, ਅਤੇ ਉਹ ਆਪਾਂ ਕੰਪਲੀਟ ਕਰਾਂਗੇ। ਮੈਂ ਹਾਂ ਜੀਵਿਸ਼ਾ, ਅਤੇ ਐਵੇਂ ਤੁਸੀਂ ਜੀਵਿਸ਼ਾ ਕਲਾਸਿਸ 'ਤੇ ਬਣੇ ਰਹੋ। ਥੈਂਕ ਯੂ।